ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ। ਨਾਨਕ ਹੋਸੀ ਭੀ ਸਚੁ। ਉੱਚਾ ਅਗਮ ਅਪਾਰ ਪ੍ਰਭ ਅਕਥ ਨ ਜਾਏ। ਅਕਥ ਕਥਨ ਨ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਤੁਧ ਆਗੇ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਧੰਨ ਭਾਗੀ ਹੋ ਜੋ ਵੀ ਸਮੂਹ ਮਾਈ ਭਾਈ ਸਮੇਂ ਦਾ ਲਾਹਾ ਲੈਂਦੇ ਹੋਏ ਸਤਿਗੁਰਾਂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਭ ਧੰਨਤਾ ਦੇ ਯੋਗ ਹੋ ਜੀ, ਵੱਡਿਆਂ ਕਰਮਾਂ ਵਾਲੇ ਹੋ ਜੋ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਸਫਲਾ ਬਣਾ ਰਹੇ ਹੋ। ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ, ਯਤਨ ਕਰੀਏ ਭਾਈ ਮਨ ਕਰਕੇ ਜੁੜੀਏ, ਲਵਾਈਏ ਆਪੋ ਆਪਣੀਆਂ ਹਾਜ਼ਰੀਆਂ। ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ।
ਗੁਰੂ ਫਤਿਹ ਦੀ ਸਾਂਝ ਪਾਓ। ਗੱਜ ਵੱਜ ਕਰਕੇ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਵਿਚਾਰ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ। ਪਾਵਨ ਬਚਨ ਸ੍ਰੀ ਰਾਗ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਦੇ ਅਰਥ ਆਪਾਂ ਕਰ ਰਹੇ ਹਾਂ। ਪਿੱਛੇ ਜੋ ਵਿਚਾਰਿਆ ਸੀ, ਚਾਰੇ ਦਿਸ਼ਾਵਾਂ ਦੇ ਵਿੱਚ, ਚਾਰੇ ਖਾਣੀਆਂ 'ਚ ਲੱਭ ਕੇ ਖੋਜ ਕੇ ਵੇਖ ਲਿਆ, ਕੋਈ ਸਮਰੱਥ ਨਹੀਂ। ਇੱਕ ਗੁਰੂ ਹੈ ਜਿਹਨੇ ਸਾਡੀ ਸਹਾਇਤਾ ਕਰਨੀ ਆ। ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ, ਗੁਰੂ ਨੇ ਕੱਢਣਾ ਕਰਨਾ ਹੈ। ਗੁਰੂ ਮਲਾਹ ਹੈ, ਨਾਮ ਰੂਪੀ ਚੱਪੂ ਹੈ, ਭਗਤੀ ਰੂਪੀ ਬੇੜੀ ਹੈ। ਸ਼ਰਧਾ ਭਾਵਨਾ ਦੇ ਨਾਲ ਜਦੋਂ ਆ ਭਗਤੀ ਰੂਪੀ ਬੇੜੀ ਤੇ ਚੜਾਂਗੇ ਪ੍ਰੇਮੀਓ, ਪਾਰ ਲੰਘ ਜਾਾਂਗੇ। ਨੇ ਬਾਹਰ ਦੇ ਪਖੰਡ ਜਿਹੜੇ ਆ ਲੱਖ ਕਰੀ ਜਾਈਏ, ਕੁਛ ਨਹੀਂ ਜੇ ਬਣਨਾ। ਅੱਜ ਦੇ ਬਚਨ ਕੀ ਨੇ? ਕੋਸ਼ਿਸ਼ ਕਰੀਏ ਸੱਚੇ ਮਨੋਂ ਸੱਚੇ ਦਿਲੋਂ ਇਹਨਾਂ ਬਚਨਾਂ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਰਾਗ ਮਹੱਲਾ ਪੰਜਵਾ। ਮਹਾਰਾਜ ਕਹਿੰਦੇ ਆ, ਘੜੀ ਮੋਹਤ ਕਾ ਪਾਹੁਣਾ, ਕਾਜ ਸਵਾਰਨਹਾਰ। ਐ ਬੰਦਿਆ, ਤੂੰ ਇਸ ਸੰਸਾਰ 'ਚ ਘੜੀ ਕਹੀਏ, ਘੜੀ ਅੱਜ ਦੇ ਸਮੇਂ 24 ਮਿੰਟਾਂ ਦੀ ਇੱਕ ਘੜੀ ਹੁੰਦੀ ਆ। ਘੜੀ ਮੋਹਤ ਕਹੀਏ ਅੱਧੀ, ਘੜੀ ਅੱਧੀ ਘੜੀ ਦਾ ਪ੍ਰਾਹੁਣਾ ਹੈ, ਅਤੇ ਆਪਣੇ ਆਪ ਵਿੱਚ ਨਾ ਵੱਡਾ ਬੰਦਾ, ਕਾਜ ਸਵਾਰਨਹਾਰ। ਸਮਝਿਓ ਧਿਆਨ ਨਾਲ ਮਹਾਰਾਜ ਦੇ ਬਚਨਾਂ ਨੂੰ। ਘੜੀ ਅੱਧੀ ਘੜੀ ਦਾ ਪ੍ਰਾਹੁਣਾ ਤੂੰ, ਅਤੇ ਆਪਣੇ ਆਪ ਨੂੰ ਵੱਡਾ ਕਾਰਜ ਸਵਾਰਨ ਵਾਲਾ ਬਣਿਆ ਬੈਠਾ ਕਿ ਮੇਰੇ ਵਰਗਾ ਕੋਈ ਕੰਮ ਨਹੀਂ ਕਰਦਾ। ਵੱਡਾ ਬਣ ਜਾਂਦਾ ਜੀ ਬੰਦਾ, ਮੈਂ ਕਾਰਜ ਸਵਾਰਦਾ। ਭਾਵ ਦਾਅਵੇ ਬੰਨੀ ਬੈਠਿਆ ਕਿ ਮੈਂ ਆਪਣੇ ਪੁੱਤਰਾਂ ਜਾਂ ਪੋਤਰਿਆਂ ਦੇ ਵੀ ਇਹ ਕੰਮ ਸਵਾਰ ਦੇਵਾਂ। ਮੁਖੀ ਬਣਨਾ, ਚੌਧਰ ਕਰਨੀ, ਪੁੱਤਾਂ ਤੇ ਪੋਤਰਿਆਂ ਤੇ ਹੋਰ ਲੋਕਾਂ ਤੇ। ਇਹ ਕੰਮ ਮੈਂ ਹੀ ਸਵਾਰਨੇ, ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਕਿਸੇ ਗੱਲ ਦਾ। ਤੇ ਉੱਥੇ ਫਿਰ ਸਤਿਗੁਰ ਕਹਿੰਦੇ ਆ ਜੀ, ਮਾਇਆ
ਕਾਮ ਵਿਆਪਿਆ, ਸਮਝੈ ਨਾਹੀ ਗਵਾਰ। ਦਿਨ ਰਾਤ ਮਾਇਆ ਦੇ ਕੰਮਾਂ ਵਿੱਚ ਵਿਆਪਿਆ ਕਹੀਏ ਲੱਗਿਆ ਹੋਇਆ। ਮਾਇਆ ਕਾਮ ਵਿਆਪਿਆ, ਦਿਨ ਰਾਤ ਕੰਮਾਂ 'ਚ ਲੱਗਿਆ ਹੋਇਆ। ਸਮਝੈ ਨਾਹੀ ਗਵਾਰ, ਗਵਾਰ ਕਹੀਏ ਮੂਰਖ। ਮੂਰਖ ਬੰਦਾ ਸਮਝਦਾ ਨਹੀਂ, ਭਾਵ ਆਪਣੀ ਮੌਤ ਨੂੰ ਨਹੀਂ ਜਾਣਦਾ ਕਿ ਬੰਦਾ ਅੰਧਾ ਗਵਾਰ ਗਵਾਲੇ ਦੀ ਨਿਆਈ ਜੋ ਚੱਲਣ ਨੂੰ ਨਹੀਂ ਸਮਝਦਾ। ਪਤਾ ਸਭ ਨੂੰ ਹੈ ਆਪਣੇ ਅੰਤ ਦਾ, ਪਰ ਜਾਣਦਾ ਨਹੀਂ, ਸਮਝਦਾ ਨਹੀਂ, ਚੇਤੇ ਹੀ ਨਹੀਂ। ਅਖੀਰ ਆਪਣਾ ਕੋਈ ਨਹੀਂ ਵਹਿੰਦਾ ਜੀ, ਕੋਈ ਨਹੀਂ ਵਹਿੰਦਾ। ਬਸ ਮਾਇਕ ਪਦਾਰਥਾਂ 'ਚ ਗਰਕ ਹੈ। ਉੱਠ ਚੱਲਿਆ ਪਛਤਾਇਆ, ਪਰਿਆ ਬਸ ਜੰਦਾਰ। ਜਦੋਂ ਕਹਿੰਦੇ ਉਮਰ ਪੂਰੀ ਹੋ ਗਈ ਨਾ, ਉਮਰ ਸਵਾਸ ਪੂਰੇ ਹੋ ਗਏ, ਉੱਠ ਚੱਲਿਆ, ਉਦੋਂ ਤੁਰ ਪਿਆ ਬੰਦਾ। ਫਿਰ ਪਛਤਾਇਆ, ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਤੇ ਪਰਿਆ ਬਸ ਜੰਦਾਰ। ਜੰਦਾਰ ਕਹੀਏ ਜੋ ਜਿੰਦ ਦਾ ਵੈਰੀ ਹੈ, ਜਮ, ਉਹਦੇ ਵੱਸ ਕਹੀਏ ਅਧੀਨ ਹੋ ਗਿਆ। ਉਹਦੇ ਵੱਸ ਪੈ ਜਾਣਾ ਜੀ ਇੱਕ ਦਿਨ। ਜੰਦਾਰ ਜਮ ਰੂਪੀ ਜਲਾਦਾਂ ਦੇ ਵੱਸ ਪੈ ਜਾਣਾ। ਜੰਦਾਰ ਕਹੀਏ ਡੰਡੇ ਵਾਲੇ ਜਮਾਂ ਦੇ ਵੱਸ ਪੈ ਜਾਣਾ ਇੱਕ ਦਿਨ। ਜਿਉਂ ਜਮ ਆਏ ਕੇਸ ਗਹੇ ਪਟਕੇ, ਤਾਂ ਦਿਨ ਕਿਸ ਨਾ ਬਸਾਏਗਾ। ਅੰਦੇ ਤੂੰ ਬੈਠਾ ਕੰਦੀ ਪਾਹੇ, ਐ ਅਗਿਆਨੀ ਬੰਦੇ ਤੂੰ ਕਾਲ ਰੂਪੀ ਦਰਿਆ ਦੇ ਕਿਨਾਰੇ ਕੋਲ ਬੈਠਿਆ। ਅੰਧੇ ਤੂੰ ਬੈਠਾ ਕੰਦੀ ਪਾਹੇ, ਕਿਨਾਰੇ ਤੇ ਬਹਿ ਜਾਣਾ। ਤੂੰ ਇਸ ਸੰਸਾਰ ਰੂਪੀ ਨਦੀ ਦੇ ਪੰਜ ਤੱਤਾਂ ਰੂਪੀ ਕਿਨਾਰੇ ਤੇ ਬੈਠਿਆ ਹੋਇਆ ਹੈ, ਜਿਸਨੂੰ ਕਾਲ ਦੀ ਢਾਲ ਲੱਗੀ ਹੋਈ ਆ, ਤੇ ਤੇਰੀ ਇਹ ਦੇਹ ਡਿੱਗਣ ਵਾਲੀ ਆ। ਪਾਣੀ ਦਾ ਵੇਗ ਚੱਲਦਾ ਹੈ। ਜਦੋਂ ਪਾਣੀ ਚੱਲਦਾ ਨਾ ਜੀ, ਉਹ ਕਿਨਾਰੇ ਜਿਹੜੇ ਆ ਉਹਦੇ ਦਰਿਆ ਦੇ, ਨਦੀ ਦੇ, ਖੁਰਦੇ ਜਾਂਦੇ ਆ ਪਾਣੀ ਦੇ ਵੇਗ ਨਾਲ। ਜੀਵਨ ਵੀ ਆਈਓ ਕਿ ਧਨ ਜੋਬਨ ਅਰ ਫੁੱਲੜਾ ਨਾਠੜੀਏ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਢਲ ਢੁਲ ਜੋ ਮਨਹਾਰ। ਚੌਪੱਤੀ ਦਾ ਪੌਦਾ ਕਿਨਾਰੇ ਹੁੰਦਾ ਹੈ ਦਰਿਆ ਦੇ, ਉਹ ਪਾਣੀ ਦੇ ਘਟਣ ਨਾਲ, ਪਾਣੀ ਦੇ ਸੁੱਕਣ ਦੇ ਨਾਲ ਸੁੱਕਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਆ। ਸਾਹਾਂ ਰੂਪੀ ਪਾਣੀ ਜਿਹੜਾ ਸੁੱਕਦਾ ਜਾਂਦਾ ਤੇ ਅਸੀਂ ਵੀ ਮੁੱਕਦੇ ਜਾਂਦੇ ਹਾਂ। ਚਲੋ ਦਰਿਆ ਦੇ ਵਿੱਚ ਪਾਣੀ ਦੁਬਾਰਾ ਚੜ੍ਹ ਸਕਦਾ, ਆ ਜਾਏਗਾ, ਬੜਾ ਕੁਛ ਹੁੰਦਾ, ਹੜ੍ਹ ਆਉਂਦੇ ਆ, ਮੀਂਹ ਵੀ ਪੈ ਜਾਂਦਾ ਹੈ,
ਪਰ ਇੱਕ ਪ੍ਰਮਾਣ ਹੈ, ਜਿਉਂ ਹੀ ਪਾਣੀ ਘਟਦਾ ਉਹ ਚੌਪੱਤੀ ਦਾ ਪੌਦਾ ਦਰਖਤ ਜਿਹੜਾ ਹੈ ਪਾਣੀ ਦੇ ਘਟਣ ਨਾਲ ਸੁੱਕਣ ਨਾਲ ਸੁੱਕਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਜੀਵਨ ਆ। ਉਹ ਕਹਿੰਦੇ ਅੰਨਿਆ ਤੂੰ ਕਿਨਾਰੇ ਤੇ ਬੈਠਿਆ, ਡਿੱਗਣ ਵਾਲਾ ਬਾਰੀ ਨਾਲ। ਗੁਰਬਾਣੀ ਪ੍ਰੇਮੀਓ, ਸਾਨੂੰ ਆਪੇ ਦਾ ਗਿਆਨ ਕਰਾਉਂਦੀ ਆ ਮੈਂ ਕੌਣ ਆ, ਭਾਵ ਅਸੀਂ ਕੌਣ ਆ। ਤਾਂ ਹੀ ਮਹਾਰਾਜ ਕਹਿੰਦੇ ਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਿ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਪਰ ਕਲਯੁਗ ਇੰਨਾ ਚੜਿਆ ਹੋਇਆ ਜੀ, ਇਹ ਕਿਸੇ ਕਿਸੇ ਨੂੰ ਸਮਝ ਸੋਝੀ ਪੈਂਦੀ ਆ। ਬੰਦਿਆ ਤੂੰ ਸਰੀਰ ਨਹੀਂ, ਤੂੰ ਦੇਹ ਨਹੀਂ, ਤੂੰ ਰੱਬ ਦੀ ਅੰਸ਼ ਆ। ਤਾਂ ਹੀ ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਵਿਚਾਰਾਂ ਜੀ ਹਰ ਇੱਕ ਬੰਦੇ ਨੂੰ ਫਿੱਟ ਨਹੀਂ ਬਹਿੰਦੀਆਂ। ਹਰ ਇੱਕ ਬੰਦੇ ਨੂੰ ਚੰਗੀ ਨਹੀਂ ਲੱਗਦੀ ਗੁਰੂ ਦੀ ਬਾਣੀ, ਗੁਰੂ ਦੇ ਬਚਨ ਜਿਹੜੇ ਆ। ਮੱਤ ਸਾਡੀ ਕਲਯੁਗੀ ਆ, ਤਾਂ ਛੇਤੀ ਫਿੱਟ ਨਹੀਂ ਬਹਿੰਦਾ। ਜਿਹਨੇ ਆਪਣੀ ਸੋਚ ਬਦਲ ਲਈ, ਆਪਣੀ ਆਦਤ ਬਦਲ ਲਈ ਗੁਰਬਾਣੀ ਅਨੁਸਾਰ, ਉਹਨੂੰ ਗੁਰੂ ਦੀ ਬਾਣੀ ਦੇ ਵਿੱਚੋਂ ਰਸ ਆਉਣ ਲੱਗ ਜਾਂਦਾ ਹੈ, ਆਨੰਦ ਆਉਣ ਲੱਗ ਜਾਂਦਾ ਹੈ। ਤਾਂ ਕਿਤੇ ਕਿਉਂਕਿ ਬਾਣੀ ਉਹਦੇ ਦਰ ਦੀ ਆ, ਉਹਦੇ ਘਰ ਦੀ ਆ, ਸੱਚਖੰਡੀ ਬਾਣੀ ਹੈ। ਇਹ ਉਹਦੇ ਦੇਸ਼ ਦੀਆਂ ਗੱਲਾਂ ਨੇ, ਉਹਦੇ ਘਰ ਦੀਆਂ ਗੱਲਾਂ ਨੇ, ਮਾਤ ਲੋਕ ਦੀਆਂ ਨਹੀਂ। ਇਹ ਤੇ ਕਲਯੁਗ ਹਨੇਰਾ ਹੋਣਾ। ਫਿਰ ਜਿਹੜਾ ਉਹਦੀ ਸੋਚ ਪਕੜ ਲੈਂਦਾ ਹੈ, ਉਹਦੀ ਭਾਸ਼ਾ ਸਮਝ ਆ ਗਈ ਜਿਹਨੂੰ ਜੀ, ਉਹਨੂੰ ਇਹਦੇ ਵਿੱਚੋਂ ਰਸ ਆਉਣ ਲੱਗ ਜਾਂਦਾ ਹੈ, ਗਿਆਨ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਗਿਆਨੀ ਬੰਦੇ ਡਿੱਗਣਾ ਹੈ ਬਾਰੀ ਨਾਲ। ਜੇ ਪੂਰਬ ਹੋਵੀ, ਜੇ ਹੋਵੀ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਏ। ਕਹਿੰਦੇ ਜੇਕਰ ਤੇਰੇ ਪੂਰਬਲੇ ਕਰਮਾਂ ਦਾ ਲੇਖ ਮੱਥੇ ਉੱਤੇ ਲਿਖਿਆ ਹੋਇਆ ਹੋਵੇ, ਤਾਂ ਸਤਿਗੁਰਾਂ ਦਾ ਬਚਨ ਕਮਾ ਕੇ ਆਪਣੇ ਜੀਵਨ ਨੂੰ ਉੱਚਾ ਬਣਾਉਣਾ ਕਰ। ਲੇਖ ਮੱਥੇ ਦਾ ਉੱਚਾ ਸੁੱਚਾ ਲਿਖਿਆ ਹੋਏ, ਤਾਂ ਗੁਰ ਕਾ ਬਚਨ ਕਮਾਏ, ਤਾਂ ਸਤਿਗੁਰਾਂ ਦਾ ਬਚਨ ਕਮਾਉਣਾ ਕਰ, ਮੰਨਣਾ ਕਰ ਉਹਨੂੰ, ਤਾਂ ਜੋ ਆਪਣੇ ਜੀਵਨ ਨੂੰ ਉੱਚਾ ਬਣਾ ਸਕੇ। ਜੀਵਨ ਉੱਚਾ ਬਣੇ ਜੀ, ਸੁੱਚਾ ਬਣੇ। ਹਰੀ ਨਾਹੀ ਨੈ ਡਡਰੀ, ਪੱਕੀ ਵੱਢਣ ਹਾਰ। ਭਾਈ ਜਿਵੇਂ ਕਹਿੰਦੇ ਕਿਸਾਨ ਦੀ ਮਰਜ਼ੀ ਹੁੰਦੀ ਆ ਨਾ, ਉਹ ਆਪਣੇ ਜੋ ਖੇਤ ਬੀਜਦਾ, ਭਾਵ ਆਪਣੀ ਬੀਜੀ ਹੋਈ ਖੇਤੀ ਨੂੰ, ਹਰੀ ਨੂੰ ਵੱਢ ਲੈ। ਭਾਵੇਂ ਡੱਡਰੀ ਕਹੀਏ, ਡੱਡਰੇ ਸਿੱਟੇ ਲੱਗਣ ਵੇਲੇ, ਭਾਵ ਦਾਣੇ ਪੈਣ ਸਮੇਂ ਵੱਢ ਲੈ। ਅੱਧੀ ਪੱਕੀ ਵੱਢ ਦੇਵੇ, ਉਹਦੀ ਇੱਛਾ ਹੈ ਜੀ। ਜੇਕਰ ਹਰੀ ਖੇਤੀ ਨੂੰ ਨਾ ਵੱਢੇ, ਡੱਡਰਿਆਂ ਵਾਲੀ ਵੀ ਨਾ ਵੱਢੇ, ਤਾਂ ਜਦ ਖੇਤੀ ਪੱਕ ਜਾਂਦੀ ਹੈ, ਤਾਂ ਵੱਢਣ ਵਾਲਾ ਹੋ ਕੇ ਪੱਕੀ ਖੇਤੀ ਨੂੰ ਹੀ ਵੱਢ ਲੈਂਦਾ ਹੈ। ਹਰੀ ਨਾ ਵੱਢੇ, ਛਿੱਟੇ ਲੱਗ ਗਏ ਉਦੋਂ ਵੀ ਨਾ ਵੱਢੇ। ਫਿਰ ਜਦੋਂ ਜਮਾਂ ਪੱਕ ਗਈ ਖੇਤੀ,
ਫਿਰ ਉਹ ਤਾਂ ਵੱਢੇਗੀ ਵੱਢੇਗਾ ਉਹਨੂੰ, ਉਦੋਂ ਦਾ ਖੇਤੀ ਨੂੰ ਵੱਢ ਹੀ ਲੈਂਦਾ, ਕੱਟ ਲੈਂਦਾ ਉਦੋਂ। ਲੈ ਲੈ ਦਾਤ ਪਹੁੰਤਿਆ ਲਾਵੇ ਕਰ ਤੈਯਾਰ। ਫਿਰ ਕਿਸਾਨ ਲਾਵੇ ਕਹੀਏ ਕਾਮਿਆਂ ਨੂੰ ਫਸਲ ਕੱਟਣ ਲਈ ਤਿਆਰ ਕਰਦਾ ਹੈ। ਬਾਅਦ ਚ ਕਰ ਲਿਆ ਕਰ, ਅੱਗੇ ਪਿੱਛੇ ਕਰ ਲਿਆ ਕਰ। ਲੈ ਲੈ ਦਾਤ ਪਹੁੰਤਿਆ ਲਾਵੇ ਕਰ ਤੈਯਾਰ। ਫਿਰ ਕਿਸਾਨ ਵੀਰ ਆਪਣੇ ਕਾਮਿਆਂ ਨੂੰ ਫਸਲ ਕੱਟਣ ਲਈ ਤਿਆਰ ਕਰਦਾ। ਉਹ ਕਾਮੇ ਦਾਤ ਪਹੁੰਤੇ ਆ, ਦਾਤ ਕਹੀਏ ਦਾਤਰੀਆਂ ਦਾਤੀਆਂ ਲੈ ਲੈ ਕੇ ਫਸਲ ਕੱਟਣ ਲਈ ਪਹੁੰਚ ਜਾਂਦੇ ਆ। ਤੇ ਜਾ ਹੋਆ ਹੁਕਮ ਕਿਰਸਾਨ ਦਾ ਤਾਲੁਣ ਮਿਣਿਆ ਖੇਤਾਰ। ਜਦੋਂ ਕਿਸਾਨ ਦਾ ਹੁਕਮ ਹੁੰਦਾ ਹੈ, ਉਹ ਕਾਮੇ ਸਾਰਾ ਖੇਤ ਜਿਹੜਾ ਮਿਣ ਕੇ ਲੁਣ ਕਹੀਏ ਕੱਟ ਦਿੰਦੇ ਨੇ। ਜਦੋਂ ਕਹਿ ਦਿੱਤਾ ਭਾਈ ਫਸਲ ਸਾਰੀ ਵੱਢ ਦਿਓ, ਕੱਟ ਦਿਓ, ਉਹਨਾਂ ਨੇ ਕੱਟ ਦੇਣੀ ਹੈ ਹੁਕਮ ਪਾ ਕੇ ਉਹਦਾ। ਦੂਸਰੀ ਵਿਚਾਰ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਢਣ ਹਾਰ। ਇਸੇ ਤਰ੍ਹਾਂ ਪ੍ਰਮਾਤਮਾ ਰੂਪੀ ਕਿਸਾਨ ਦੀ ਮਰਜ਼ੀ ਹੈ ਕਿ ਉਹ ਭਾਵੇਂ ਜੀਵ ਰੂਪੀ ਖੇਤੀ ਨੂੰ ਹਰੀ ਫਸਲ ਦੀ ਨਿਆਈ ਬਚਪਨ ਚ ਵੱਢ ਲੇ, ਭਾਵ ਮਾਰ ਲਵੇ। ਡੱਡਰੀ ਕਹੀਏ ਜਵਾਨੀ ਅਵਸਥਾ ਚ ਕਿਸੇ ਦੇ ਸਵਾਸ ਕੱਢ ਲਵੇ। ਜੇਕਰ ਪ੍ਰਮਾਤਮਾ ਰੂਪੀ ਕਿਸਾਨ ਹਰੀ ਫਸਲ ਦੀ ਨਿਆਈ ਬਚਪਨ ਵਿੱਚ ਵੀ ਨਾ ਵੱਢੇ, ਭਾਵ ਕੋਈ ਬਚਪਨ ਚ ਨਾ ਜਾਵੇ, ਜਵਾਨੀ ਚ ਨਾ ਜਾਵੇ, ਫਿਰ ਪਰਮੇਸ਼ਰ ਪੱਕੀ ਖੇਤੀ ਭਾਵ ਵਿਰਧ ਅਵਸਥਾ ਦੇ ਵਿੱਚ ਤਾਂ ਬੰਦੇ ਨੂੰ ਲੈ ਹੀ ਜਾਂਦਾ ਹੈ। ਲੈ ਲੈ ਦਾਤ ਪਹੁੰਤਿਆ ਲਾਵੇ ਕਰ ਤੈਯਾਰ। ਫਿਰ ਪ੍ਰਮਾਤਮਾ ਰੂਪੀ ਕਿਸਾਨ ਜਮ ਰੂਪੀ ਕਾਮਿਆਂ ਨੂੰ, ਜੀਵਾਂ ਰੂਪੀ ਜਿਹੜੀ ਫਸਲ ਅਸੀਂ ਉਹਨਾਂ ਨੂੰ ਕੱਟਣ ਲਈ ਤਿਆਰ ਕਰਦਾ ਹੈ। ਤੇ ਉਹ ਜਮ ਰੂਪੀ ਕਾਮੇ ਆਪਣੀਆਂ ਸ਼ਸਤਰ ਰੂਪੀ ਦਾਤਰੀਆਂ ਲੈ ਕੇ ਜੀਵ ਰੂਪੀ ਖੇਤੀ ਨੂੰ ਕੱਟਣ ਲਈ ਪਹੁੰਚ ਜਾਂਦੇ ਆ। ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਉਹ ਕਹਿੰਦੇ ਜਿਸ ਵੇਲੇ ਪਰਮਾਤਮਾ ਰੂਪੀ ਕਿਸਾਨ ਦਾ ਹੁਕਮ ਹੁੰਦਾ ਹੈ, ਜਮਦੂਤ ਜਿਹੜੇ ਆ, ਉਹ ਕਾਮੇ ਜਿਹੜੇ ਆ, ਉਹ ਭਾਈ ਆ ਜਾਂਦੇ ਆ ਫਿਰ ਫਸਲ ਕੱਟਣ ਦੇ ਲਈ। ਸਰੀਰ ਰੂਪੀ ਖੇਤ ਜਿਹੜੇ ਨੇ ਉਹ ਮਿਣ ਕੇ ਭਾਵ ਸਵਾਸਾਂ ਦੀ ਗਿਣਤੀ ਕਰਕੇ ਇਹਨੇ ਕਿਤਨੇ ਸਵਾਸ ਲੈਣੇ ਨੇ, ਜਾਂ ਸਵਾਸ ਕਿੰਨੇ ਇਹਦੇ ਰਹਿ ਗਏ, ਕਿੰਨੇ ਪੂਰੇ ਹੋ ਗਏ, ਮਿਣ ਮਿਣ ਕੇ ਵਾਰੀ ਵਾਰੀ ਜਿੰਦਨ ਮਾਣੀ ਕੱਢੀ ਹੈ ਹੱਡਾਂ ਕੂਕੜ ਕਾਏ। ਸਚਾਈ ਸਾਡੇ ਜੀਵਨ ਦੀ ਸਰੀਰ ਰੂਪੀ ਖੇਤ ਨੂੰ ਮਿਣ ਕੇ ਭਾਵ ਇਸਨੇ ਇਤਨੇ ਸਾਲ ਮਹੀਨੇ ਦਿਨ ਪਲ ਘੜੀਆਂ ਜਿਉਣਾ ਹੈ। ਇਉਂ ਸਰੀਰ ਰੂਪੀ ਖੇਤੀ ਦੀ ਮਿਣਤੀ ਕਰ ਕਰਕੇ ਵੱਢ ਲਿਆ ਜਾਂਦਾ ਹੈ, ਸਰੀਰ ਐਂਡ ਹੋ ਜਾਂਦਾ। ਤੇ ਮਹਾਰਾਜ ਕਹਿੰਦੇ ਆ ਪਹਿਲਾ ਪੈਰ ਧੰਦੇ ਗਿਆ, ਦੂਜੇ ਪਰ ਸੋਇਆ। ਪਹਿਲਾ ਪਹਿਰ ਧੰਦੇ ਗਿਆ, ਦੂਜੇ ਪਰ ਸੋਇਆ। ਐ ਜੀਵ ਤੇਰੇ ਰਾਤਰੀ ਦਾ ਪਹਿਲਾ ਪੈਰ ਧੰਦਿਆਂ ਦੇ ਵਿੱਚ ਖਚਿਤ ਹੋ ਕਰਕੇ ਖਾਣ ਪੀਣ ਦੇ ਧੰਦਿਆਂ ਵਿੱਚ ਹੀ ਬਤੀਤ ਹੋ ਗਿਆ, ਅਤੇ ਦੂਜੇ ਪੈਰ ਵਿੱਚ ਥੱਕ ਕੇ ਅੱਖਾਂ ਵਿੱਚ ਨੀਂਦ ਭਰ ਕੇ ਬੰਦਾ ਸੌਂ ਜਾਂਦਾ ਹੈ। ਪਹਿਲੇ ਪੈਰ ਧੰਦੇ ਗਿਆ, ਥੱਕਿਆ ਕੰਮ ਧੰਦੇ ਕਰਕੇ, ਦੂਜੇ ਪਰ ਸੋਇਆ। ਦੂਜੇ ਪੈਰ ਬੰਦਾ ਸੌਂ ਕੇ ਥੱਕ ਗਿਆ, ਜਦੋਂ ਥੱਕ ਗਿਆ ਸੌਂ ਗਿਆ, ਅੱਖਾਂ 'ਚ ਨੀਂਦ ਰੱਖਣ ਲੱਗ ਜਾਂਦੀ ਹੈ।
ਤੀਜੇ ਝਾਕ ਚਖਾਇਆ, ਚੌਥੈ ਭੋਰ ਭਇਆ। ਕਾਇਨਾਤ ਦੀ, ਕੁਦਰਤ ਦੀ ਆ ਦਿਨ ਤੇ ਰਾਤ ਵੀ ਜਿਹੜੇ ਆ ਸਾਨੂੰ ਪ੍ਰਮਾਤਮਾ ਦਾ ਬੋਧ ਕਰਾਉਂਦੇ ਆ, ਆਪੇ ਦਾ ਗਿਆਨ ਦਿੰਦੇ ਆ। ਉਹ ਅਸੀਂ ਲੈਣਾ ਜਾਂ ਨਾ ਲੈਣਾ ਉਹ ਸਾਡੀ ਮਰਜ਼ੀ ਆ। ਕਹਿੰਦੇ ਰਾਤਰੀ ਦੇ ਤੀਸਰੇ ਪਹਿਰ ਉੱਠ ਕੇ ਕਾਮ ਵਾਸਨਾ ਦਾ ਸਤਾਇਆ, ਵਿਸ਼ੇ ਵਿਕਾਰਾਂ ਦੇ ਚੱਖਾਂ ਵਿੱਚ ਚਖਾਇਆ ਖੱਪਣ ਲੱਗ ਜਾਂਦਾ ਹੈ, ਭਾਵ ਵਿਸ਼ੇ ਭੋਗਣ ਵਿੱਚ ਲੱਗ ਜਾਂਦਾ ਹੈ ਜੀ ਬੰਦਾ। ਸੁਪਨੇ ਵਿੱਚ ਜਾਗਰਤ ਅਵਸਥਾ ਜਿਹੜੀ ਹੈ ਉਹਦੇ ਵਿੱਚ ਭੋਗੇ ਹੋਏ ਵਿਸ਼ਿਆਂ ਦੀਆਂ ਵਿਅਰਥ ਹੀ ਚੱਖਾਂ ਝੱਖਦਾ ਹੈ, ਖਪਦਾ ਰਿਹਾ। ਚੌਥੇ ਪਹਿਰ ਬੀਤ ਜਾਣ ਤੇ ਭੋਰ ਕੀਏ ਸਵੇਰਾ ਹੋ ਗਿਆ, ਦਿਨ ਚੜ੍ਹ ਗਿਆ। ਸਾਰੀ ਰਾਤ ਐਵੇਂ ਵਿਅਰਥ ਬਤੀਤ ਹੋ ਗਈ, ਲੰਘ ਗਈ। ਪਹਿਲੇ ਪਹਿਰ ਕੰਮ ਧੰਦੇ ਲੰਘ ਗਏ, ਦੂਜੇ ਅੱਖਾਂ 'ਚ ਨੀਂਦ ਰੜਕਦੀ ਐ, ਸੌਂ ਗਿਆ। ਤੀਜੇ ਉੱਠਿਆ, ਵਿਕਾਰਾਂ 'ਚ ਵਿਸ਼ਿਆਂ 'ਚ ਗਰਕ ਹੋਇਆ। ਚੌਥੇ 'ਚ ਦਿਨ ਚੜ੍ਹ ਗਿਆ। ਤੇ ਅਰਥ ਕੀ ਨੇ ਅਸਲ? ਭਾਵ ਉਮਰ ਰੂਪੀ ਰਾਤ ਦਾ ਪਹਿਲਾ ਪਹਿਰ ਬੰਦਾ ਬਾਲ ਅਵਸਥਾ ਵਿੱਚ ਖੇਲ ਰੂਪੀ ਧੰਦਿਆਂ ਦੇ ਵਿੱਚ ਬਤੀਤ ਕਰਦਾ ਚਲਾ ਜਾਂਦਾ ਹੈ। ਬਚਪਨ ਖੇਡਣ ਵਿੱਚ ਬਤੀਤ ਹੋ ਗਿਆ। ਦੂਜਾ ਪਹਿਰ ਜਿਹੜਾ ਭਾਵ ਚੜ੍ਹਦੀ ਜਵਾਨੀ 'ਚ ਵਿਸ਼ਿਆਂ ਦੀ ਨੀਂਦ ਭਰ ਕੇ, ਵਿਸ਼ਿਆਂ ਵਿੱਚ ਵਿਦਿਆ ਦੀ ਨੀਂਦ ਭਰ ਕੇ ਬੰਦਾ ਸੌਂ ਜਾਂਦਾ, ਦਿਖਦਾ ਨਹੀਂ। ਉੱਥੇ ਫਿਰ ਛੇਵੇਂ ਕਾਮ ਨਾ ਪੁੱਛੈ ਜਾਤ, ਉਹ ਵਿਸ਼ੇ ਚੜ੍ਹਦੇ ਆ ਜਿਹੜੇ ਨਾ ਜੀ, ਉੱਥੇ ਫਿਰ ਜਾਤ ਕੁਜਾਤ ਵੀ ਨਹੀਂ ਵੇਖਦਾ ਜੀ ਬੰਦਾ। ਬਾਣੀ ਕਹਿੰਦੀ ਆ ਸੌਂ ਜਾਂਦਾ, ਇਤਨਾ ਗਰਕ ਹੋ ਜਾਂਦਾ ਇਹਨਾਂ ਵਿਸ਼ਿਆਂ 'ਚ। ਤੀਜੇ ਝਾਕ ਚਖਾਇਆ, ਚੌਥਾ ਭੋਰ ਪਿਆ। ਉਮਰ ਰੂਪੀ ਰਾਤਰੀ ਦੇ ਤੀਜੇ ਪਹਿਰ ਭਾਵ ਢਲਦੀ ਜਵਾਨੀ ਅਧਖੜ ਉਮਰ 'ਚ ਚਖਾਇਆ, ਭਾਵ ਖਾਧਾ ਪੀਤਾ ਸਭ ਵਿਸ਼ਿਆਂ 'ਚ ਸਵਾਹ ਹੋ ਗਿਆ। ਫਿਰ ਝੱਖਾਂ ਮਾਰਨ ਲੱਗ ਪਿਆ, ਭਾਵ ਕਦੇ ਕਿਸੇ ਪਾਸੇ ਕਿਸੇ ਕੰਮ ਧੰਦੇ ਲਈ ਤੁਰ ਪਿਆ, ਕਦੇ ਕਿਸੇ ਲਈ ਝਗੜਾ ਕਰਨ ਤੁਰ ਪਿਆ, ਕਦੇ ਕੁਛ ਕਰਦਾ, ਫਜ਼ੂਲ ਕੰਮ ਲੱਗ ਜਾਂਦਾ ਜੀ ਕਰਨ, ਝੱਖਾਂ ਮਾਰਦਾ ਬੰਦਾ। ਅਤੇ ਉਮਰ ਰੂਪੀ ਰਾਤ ਦਾ ਚੌਥਾ ਪਹਿਰ ਜਿਹੜਾ ਭਾਵ ਜਦੋਂ ਵਿਰਧ ਅਵਸਥਾ ਆ ਜਾਣੀ ਆ, ਇਹਦੇ ਵਿੱਚ ਫਿਰ ਕਾਲ ਰੂਪੀ ਸੂਰਜ ਦੁਆਰਾ ਭੋਰ ਕਹੀਏ ਸੁਬੇ ਦਾ, ਸਵੇਰ ਦਾ ਸਮਾਰਥਾਤ ਪ੍ਰਭਾਤ ਵੇਲਾ ਹੋ ਗਿਆ। ਭਾਵ ਕੇਸ ਵਾਲ ਜਿਹੜੇ ਆ ਸਫੇਦ ਹੋ ਗਏ ਤੇ ਉਮਰ ਰੂਪੀ ਰਾਤ ਜਿਹੜੀ ਆ ਖਤਮ ਹੋਣ ਦੇ ਕਿਨਾਰੇ ਆ ਜਾਂਦੀ ਆ। ਉਮਰ ਅਗਲੀ ਬੇਨਤੀ, ਪਹਿਲਾ ਪਹਿਰ ਪਾਂਬਰ ਪੁਰਸ਼ਾਂ ਦਾ ਪਾਪ ਰੂਪੀ ਧੰਦਿਆਂ ਵਿੱਚ ਚਲਾ ਗਿਆ। ਹਰ ਇੱਕ ਦੀ ਗੱਲ ਨਹੀਂ ਕਰਦੇ ਮਹਾਰਾਜ, ਇੱਕ ਵਿਸ਼ੀ ਬੰਦੇ ਹੁੰਦੇ ਆ, ਇੱਕ ਧਰਮੀ ਬੰਦੇ ਹੁੰਦੇ ਆ। ਉਹ ਕਹਿੰਦੇ ਪਹਿਰ ਪਾਂਬਰ ਪੁਰਸ਼ਾਂ ਦਾ ਪਹਿਲਾ ਜਿਹੜਾ ਉਹ ਪਾਪ ਰੂਪੀ ਧੰਦਿਆਂ ਦੇ ਵਿੱਚ ਚਲਾ ਗਿਆ। ਭਾਵ ਕੋਈ ਪੁੰਨ ਕੰਮ ਨੇ ਕਿਸੇ ਦੇ, ਜਾਂ ਉਹ ਨੇਕ ਦੀ ਕਮਾਈ ਨਹੀਂ ਕਰਨੀ। ਦੂਜੇ ਵਿਸ਼ੀ ਪੁਰਸ਼ ਦਾ ਕਾਮ ਵਾਸ਼ਨਾ ਦਾ ਖਾਣ ਪੀਣ ਰੂਪ ਭੋਗਾਂ ਦੀਆਂ ਨੀਂਦ ਭਰ ਕੇ ਸੌਂ ਜਾਣਾ ਹੁੰਦਾ ਹੈ। ਵਿਸ਼ੀ ਪੁਰਸ਼ ਵਾਸ਼ਨਾਵਾਂ ਦੇ ਵਿੱਚ ਵਿਅਰਥ ਹੀ ਜੀਵਨ ਬਤੀਤ ਕਰਦੇ ਨੇ। ਤੀਸਰੇ ਜਗਿਆਸੂ ਪੁਰਸ਼ ਜਿਹੜੇ ਨੇ ਉਹ ਝਾਕ ਚਖਾਇਆ ਉੱਤਮ ਵੈਰਾਗ ਵਿਵੇਕ ਤੋਂ ਬਿਨਾਂ ਚੱਖਾਂ ਹੀ ਮਾਰਦੇ ਨੇ। ਭਾਵ ਯਤਨਾਂ ਵਿੱਚ ਲੱਗੇ ਨੇ। ਚੌਥੇ ਦਰਜੇ ਦੇ ਗਿਆਨਵਾਨ ਉੱਤਮ ਪੁਰਸ਼, ਉਹਨਾਂ ਦੇ ਹਿਰਦਿਆਂ 'ਚ ਗਿਆਨ ਰੂਪੀ ਸੂਰਜ ਦਾ ਚੜ੍ਹਨਾ ਹੋ ਜਾਂਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਰੂਪੀ ਸਵੇਰਾ ਹੋ ਜਾਂਦਾ ਹੈ। ਭਾਵ ਅਵਿਦਿਆ ਰੂਪੀ ਰਾਤ ਜਿਹੜੀ ਆ ਉਹ ਖਤਮ ਹੋ ਜਾਂਦੀ ਆ।
ਇਹ ਉਹਨਾਂ ਦੀ ਅਵਸਥਾ ਜਿਹੜੇ ਪ੍ਰਮਾਤਮਾ ਨੂੰ ਮਿਲਣ ਦੇ ਲਈ ਤੁਰਦੇ ਆ। ਗੁਰਮੁਖੋ ਯਤਨ ਕਰੀਏ, ਇਹ ਨਾ ਹੋਵੇ ਕਿ ਕਦ ਹੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ। ਐਵੇਂ ਸਾਰੀ ਉਮਰ ਜਿਹੜੀ ਆ, ਉਮਰ ਰੂਪੀ ਰਾਤ ਬਤੀਤ ਹੋ ਗਈ, ਲੰਘ ਗਈ। ਜੀਵ ਨੂੰ ਕਦੇ ਵੀ ਪ੍ਰਮਾਤਮਾ ਚੇਤੇ ਨਹੀਂ ਆਇਆ, ਕਦੇ ਵੀ। ਜਿਨ ਜੀਓ ਪਿੰਡ ਦੀਆ, ਜਿਸ ਨੇ ਇਸ ਸੂਖਮ ਸਰੀਰ ਜਿਹੜਾ ਸਾਡਾ, ਅਸਥੂਲ ਸਰੀਰ ਜਿਹੜਾ ਉਹਨੇ ਬਖਸ਼ਿਸ਼ ਕੀਤਾ, ਬਖਸ਼ਣਾ ਕੀਤਾ, ਦਿੱਤਾ ਸਭ ਕੁਛ, ਉਹਨੂੰ ਚੇਤੇ ਨਹੀਂ ਕਰਦਾ। ਜਹ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਅਸਲ ਟਿਕਾਣਾ ਜਿਹੜਾ ਸਾਡਾ, ਉਹਦੇ ਬਾਰੇ ਬੰਦਾ ਗਿਆਨ ਨਹੀਂ ਜੀ ਪ੍ਰਾਪਤ ਕਰਦਾ। ਯਤਨ ਕਰੀਏ ਜ਼ਿੰਦਗੀ ਏਦਾਂ ਵਿਅਰਥ ਨਾ ਲੰਘੇ, ਬੇਕਾਰ ਕੰਮਾਂ 'ਚ ਨਾ ਲੰਘੇ। ਇਹਨੂੰ ਗੁਰੂ ਵਾਲੇ ਕੰਮਾਂ ਦੇ ਵਿੱਚ ਲਾ ਕਰਕੇ ਗੁਰਮੁਖੋ ਸਫਲੀ ਬਣਾ ਲਈਏ।